सब्सक्राइब कीजिए हमारे चैनल को, हमारी नई वीडियो को सबसे पहले देखने के लिए और बेल आइकॉन को प्रेस कीजिए। बिस्मिल्लाहिर्रहमानिर्रहीम। अस्सलामुअलैकुम मेरे दोस्तों, क्या हालचाल हैं। उम्मीद करता हूं कि तमाम दोस्त खैरियत से होंगे। तो दोस्तों, आज हम बात करेंगे एक फार्मर के साथ जिनकी ये बकरियां हैं। उनकी एक छोटी सी चिरागा भी है, तो उन्हीं से आज बात करते हैं। अस्सलामुअलैकुम। वालेकुम अस्सलाम। सर की हाल चाल ने? अल्लाह का शुक्र है जी। अच्छा सर, बकरियां ਤੁਹਾਡੀਆਂ ਕਿੰਨੀਆਂ ਨੇ? ਇਹ ਜੀ ਮਾਸ਼ਾਅੱਲਾ ਸਾਡੇ ਕੋਲ ਕੋਈ ਹੈ 70-80 ਭਾਰੂ ਹੈ, ਛੋਟੇ ਵੱਡੇ ਪਾ ਕੇ। ਸਹੀ। ਅੱਛਾ, ਤੇ ਆ ਜਿਹੜੀ ਤੁਸੀਂ ਪੱਠੇ ਜਿਹੜੇ ਚਰਾਗਾ ਤੁਹਾਡੀ ਬਣੀ ਹੋਈ ਹੈ ਜੰਤਰ ਦੀ ਜਿਹੜੀ ਦੇਖ ਰਹੇ ਅਸੀਂ, ਇਹ ਸਰ ਤੁਸੀਂ ਮੁੱਲ ਲਈ ਹੋਈ ਹੈ ਜਾਂ ਆਪਦੀ ਜਗ੍ਹਾ ਦੇ ਵਿੱਚ ਹੈ ਜਾਂ ਠੇਕੇ ਠੁਕੇ ਤੇ ਲੈ ਕੇ ਬਣੀ ਹੋਈ ਹੈ? ਇਹ ਭਾਈ ਜ਼ਮੀਨ ਠੇਕੇ ਤੇ ਲੈ ਕੇ ਤੇ ਪਾਲਦੇ ਆ, ਟੂਲ ਟਾਵਲ ਵਾਲੇ ਨੂੰ ਕਾਸ਼ਤ ਕਰਦੇ ਆ ਤੇ ਉੱਥੇ ਮਾਲ ਚਰਾਈਦਾ। ਨਹਿਰੀ ਪਾਣੀ ਨਹੀਂ ਹੈਗਾ? ਨਹਿਰੀ ਪਾਣੀ ਕੋਈ ਨਹੀਂਗਾ ਜੀ, ਮਾੜਾ ਮੋਟਾ। ਆ ਜਿਹੜਾ ਬੱਕਰਾ ਸਾਹਮਣੇ ਤੁਸੀਂ ਦੇਖ ਰਹੇ ਹੋ ਸਰ, ਇਹ ਕਿੰਨੇ ਕੁ ਦਾ ਹੈਗਾ? ਇਹ ਜੀ ਮਾਸ਼ਾਅੱਲਾ ਬੜੇ ਪੈਸਿਆਂ ਦਾ ਹੈਗਾ, 60-70 ਹਜ਼ਾਰ ਰੁਪਏ, 75 ਹਜ਼ਾਰ ਰੁਪਏ। ਅੱਛਾ, ਹਾਂਜੀ। ਬੱਕਰਿਆਂ ਦਾ ਰੇਟ ਬਹੁਤ ਹੈ ਯਾਰ। ਮਾਲ ਤੁਹਾਡੇ ਸਾਹਮਣੇ ਆ ਜੀ, ਜ਼ਮੀਨ ਦੇ ਠੇਕੇ ਬੜੇ ਆ, ਪਾਣੀ ਨਹਿਰੀ ਹੈ ਕੋਈ ਨਹੀਂਗਾ। ਟੂਲਾਂ ਨਾਲ 15 ਰੁਪਏ ਮਿੰਟ ਟੂਬਲ ਚੱਲਦਾ, ਅੱਗੇ ਤੁਸੀਂ ਆਪ ਹਿਸਾਬ ਲਾ ਲਓ। ਟੂਬਲ ਦਾ ਪਾਣੀ ਵੀ ਤਾਂ ਐਡਾ ਚੰਗਾ ਨਹੀਂ ਹੈਗਾ, ਉਹ ਵੀ ਬੜਾ ਕੌੜਾ ਹੈਗਾ। ਆ ਬਾਕੀ ਜ਼ਮੀਨ ਵਿਹਲੀ ਪਈ, ਆਸੇ ਪਾਸੇ ਦੇਖਣ ਹੀ ਦੇ ਆ ਤੁਸੀਂ, ਸਿਰਫ ਆਹ ਪੱਠੇ ਹੀ ਬੀਜੇ ਬੱਕਰੀਆਂ ਜੋਗੇ। ਅੱਛਾ ਸਰ, ਤੁਹਾਡੀਆਂ ਬੱਕਰੀਆਂ ਮਾਸ਼ਾਅੱਲਾ ਠੀਕ ਨੇ, ਤੇ ਇਹਨਾਂ ਨੂੰ ਵੰਡਾ ਛੰਡਾ ਵੀ ਪਾਉਂਦੇ ਤੁਸੀਂ? ਨਹੀਂ ਜੀ, ਵੰਡਾ ਕੋਈ ਨਹੀਂ ਪਾਈਦਾ। ਕਿਉਂ? ਬਸ ਇੱਦਾਂ ਹੀ ਖਰਚਾ ਹੈਗਾ ਵਾ, ਇੱਥੋਂ ਜੜੀ ਬੂਟੀਆਂ ਖਾ ਲੈਂਦਾ ਮਾਲ, ਵਨ ਸੋਨਾ ਪੱਠਾ ਮਾਸ਼ਾਅੱਲਾ ਉਗਦਾ ਵਾਂ ਚ ਰੱਜ ਲੈਂਦਾ ਮਾਲ। ਸਹੀ। ਅੱਛਾ, ਤੇ ਸਰ ਇਹਦੀ ਕੋਈ ਵੈਕਸੀਨ ਵਗੈਰਾ ਦਾ ਤੁਹਾਡਾ ਕੋਈ ਸ਼ਡਿਊਲ ਤੁਸੀਂ ਲਿਖਿਆ ਹੋਵੇ ਵੀ ਕੋਈ ਤੁਹਾਨੂੰ ਪਤਾ ਹੋਵੇ ਵੀ ਇਸ ਮਹੀਨੇ ਮੂੰਹ ਖੁਰ ਦੀ ਬਿਮਾਰੀ ਆ ਰਹੀ ਆ, ਇਸ ਮਹੀਨੇ ਜਿਹੜੀ ਆ ਇਹਨੂੰ ਲੰਗੜਾਪਨ ਦੀ ਆ ਰਹੀ ਆ, ਜਾਂ ਜਾਨਵਰ ਦਾ ਕੋਈ ਮਤਲਬ ਜਿਹੜੀ ਹਿਫਾਜ਼ਤੀ ਵੈਕਸੀਨ, ਉਹ ਤੁਸੀਂ ਉਹਦਾ ਸ਼ਡਿਊਲ ਲਿਖਦੇ ਹੋ, ਉਹਨੂੰ ਕਿੱਦਾਂ ਕਵਰ ਕਰਦੇ ਹੋ? ਕੋਈ ਨਹੀਂ ਜੀ, ਲਿਖਦੇ ਲੁਖਦੇ ਕੋਈ ਨਹੀਂ ਗੇ, ਸਰਕਾਰੀ ਆਉਂਦੇ ਆ ਕਦੀ ਕਦੀ ਤੇ ਉਹ ਟੀਕਾ ਟਾਕੇ ਲਾ ਜਾਂਦੇ ਆ। ਉਹ ਤਾਂ 6 ਮਹੀਨਿਆਂ ਬਾਅਦ ਆ ਕੇ ਲਾ ਜਾਂਦੇ ਨੇ। ਹਾਂਜੀ, 6 ਮਹੀਨਿਆਂ ਬਾਅਦ, 5 ਮਹੀਨੇ ਬਾਅਦ। ਉੱਦਾਂ ਆਪ ਕਦੀ ਨਹੀਂ ਉਹ ਤੇ ਆਂਥੜੀਆਂ ਦਾ ਜਿਹੜਾ ਜ਼ਹਿਰ ਹੁੰਦਾ ਉਹਦੀ ਲਾਉਂਦੇ ਨੇ। ਬਸ ਜੀ ਉਹ ਹੀ ਆ, ਜੋ ਮਰਜ਼ੀ ਲਾ ਜਾਣ ਉਹ ਆਪ। ਵੈਸੇ ਕਦੀ ਨਹੀਂ, ਜਾਨਵਰ ਤੰਦਰੁਸਤ ਰਹਿਣ ਤੇ ਫਿਰ ਅੱਲਾ ਜਾਨੀ ਕੋਈ ਬਿਮਾਰ ਖਮਾਰ ਹੋ ਜਾਵੇ ਫਿਰ ਡਾਕਟਰ ਨੂੰ ਦਿਖਾ ਲਈਦਾ ਜਾਨਵਰ। ਨਹੀਂ, ਤੇ ਤੁਸੀਂ ਇਹਦੀ ਅਗਰ ਪ੍ਰੋਪਰ ਵੈਕਸੀਨ ਕਰੋਗੇ ਤੇ ਤੁਹਾਨੂੰ ਇਹਦੇ ਬੜੇ ਅੱਛੇ ਰਿਜ਼ਲਟ ਮਿਲਣਗੇ। ਤੁਹਾਡੀਆਂ ਬੱਕਰੀਆਂ ਜਿਹੜੀਆਂ ਟਾਈਮ ਨਾਲ ਉਹ ਹੀਟ ਵਿੱਚ ਆਉਣਗੀਆਂ, ਕ੍ਰਾਸ ਹੋਣਗੀਆਂ, ਤੁਹਾਡਾ ਸੂਆ ਨਹੀਂ ਮਰੇਗਾ। ਤੁਸੀਂ ਬੱਕਰੀਆਂ ਦਾ ਜਿਹੜਾ ਸੂਣ ਦਾ ਤਰੀਕਾਕਾਰ ਆ ਕਿ ਇਸ ਮਹੀਨੇ ਬੱਕਰੀਆਂ ਸੂ ਪਈਆਂ, ਫਰਜ਼ ਕਰੋ ਜੀ ਅਪ੍ਰੈਲ 'ਚ ਸੂ ਪਈਆਂ ਨੇ, ਔਰ ਦੁਬਾਰਾ ਉਹ ਕਦੋਂ ਪ੍ਰੈਗਨੈਂਟ ਹੋ, ਤੁਹਾਡੇ ਕੋਲ ਇਹਦਾ ਕੋਈ ਰਿਕਾਰਡ ਹੈ? ਰਿਕਾਰਡ ਕੋਈ ਨਹੀਂ ਗਾ ਜੀ, ਇਹ ਵਿੱਚ ਸਾਨ ਰੱਖਿਆ ਵਾ ਅੱਲਾ ਦੀ ਮਿਹਰਬਾਨੀ ਨਾਲ, ਐਸੇ ਵਾਸਤੇ ਹੀ ਆ, ਸੂਆ ਮਿਸ ਨਹੀਂ ਹੁੰਦਾ ਕੋਈ ਵੀ। ਨਹੀਂ, ਇੱਦਾਂ ਕਿੱਦਾਂ ਤੁਸੀਂ ਕਹਿ ਸਕਦੇ? ਇੰਨੀਆਂ ਬੱਕਰੀਆਂ ਨੂੰ ਤੁਸੀਂ, ਤੁਹਾਨੂੰ ਪਤਾ ਨਹੀਂ ਹੈਗਾ। ਅਗਰ ਉਹ 2 ਮਹੀਨੇ ਵੀ ਅਗਰ ਪਿੱਛੇ ਅਗਰ ਲੇਟਸ ਹੁੰਦੀ ਆ ਤੇ ਉਹਦਾ ਤਾਂ ਤੁਹਾਨੂੰ ਨੁਕਸਾਨ ਹੈਗਾ। ਉਹਨੇ 2 ਮਹੀਨੇ ਤੁਹਾਡੇ ਸਿਰੋਂ ਵੱਧ ਖਾਧਾ। ਇਹ ਤਾਂ ਗੱਲ ਹੈ ਜੀ, ਕੋਈ ਲਿਖਿਆ ਪੜਿਆ ਨਹੀਂ ਹੁੰਦਾ ਵੀ ਕਿਹੜੀ ਕਦੋਂ ਸੂਈ ਆ ਤੇ ਕਿਹੜੀ ਕਦੋਂ ਨਹੀਂ ਗੀ। ਬਸ ਇਹ ਆ ਗੱਲਾਂ 'ਚ ਚੱਲਦਾ ਹੀ ਰਹਿੰਦਾ। ਫਿਰ ਵਿੱਚ ਇੰਨੀਆਂ ਬੱਕਰੀਆਂ ਦੇ ਵਿੱਚ ਸਰ ਇੱਦਾਂ ਵੀ ਹੋ ਜਾਂਦੀ ਆ ਕਿ ਬਾਜ਼ ਕਦ ਕੋਈ 1-2 ਬੱਕਰੀਆਂ ਉਹ ਕਰਾਸ ਹੀ ਨਾ ਹੋਈਆਂ, ਹੀਟ 'ਚ ਹੀ ਨਾ ਆਈਆਂ, ਉਹਨਾਂ ਨੇ ਸੂਆ ਹੀ ਨਾ ਦਿੱਤਾ, ਉਹ ਤਾਂ ਸਰ ਉਹ ਤੁਹਾਨੂੰ ਬਹੁਤ ਮਹਿੰਗਾ ਪੈ ਗਿਆ। ਉਹ ਵਿੱਚੋਂ ਛਾਂਟੀ ਕਰ ਦੇਈਦਾ ਮਾਲ, ਜਿਹੜਾ ਨਾ ਹੋਵੇ ਨਵਾਂ, ਨਾ ਪਤਾ ਹੁੰਦਾ, ਨਜ਼ਰ 'ਚ ਰਹਿੰਦਾ ਮਾਲ, ਪਤਾ ਹੁੰਦਾ ਵੀ ਆ ਹੋ ਗਈ ਕਿ ਨਹੀਂ ਹੋ ਗਈ। ਅੱਛਾ ਸਰ, ਤੇ ਇਹ ਤੁਸੀਂ ਰਿਕਾਰਡ ਵਗੈਰਾ ਰੱਖਦੇ ਨਹੀਂ ਹੈਗੇ, ਤੇ ਜਾਨਵਰ ਜਿਹੜੇ ਨੇ ਵਿੱਚੋਂ ਕੋਈ ਇੱਦਾਂ ਕੋਈ ਮਰਦਾ ਭੁਰਦਾ ਹੋਵੇ ਤੇ ਉਹਦਾ ਤੁਹਾਡਾ ਕੀ ਸ਼ਡਿਊਲ ਆ? ਕੀ ਹਿਸਾਬ ਕਦੀ ਮਰੇ ਮੁਰੇ ਨਹੀਂ? ਹਾਂਜੀ, ਮਰ ਜਾਂਦੇ ਆ। ਪਿਛਲੇ ਸਾਲ ਸਾਡੇ 5-6 ਜਾਨਵਰ ਮਰ ਗਏ ਸੀਗੇ। ਅੱਛਾ। ਹਾਂਜੀ, ਬਿਮਾਰੀ ਆ ਗਈ ਸੀਗੀ। ਬੱਕਰੀਆਂ ਵੱਡੀਆਂ? ਹਾਂਜੀ, ਬੱਕਰੀਆਂ ਵੀ ਵਿੱਚ, ਕੋਈ ਲੇਲੇ ਵੀ ਮਰ ਗਏ ਸੀ ਛੋਟੇ। ਅੱਛਾ। ਹਾਂਜੀ, ਨੁਕਸਾਨ ਹੋ ਗਿਆ ਸੀਗਾ, ਲੇਕਿਨ ਅੱਲਾਹ ਤਾਲਾ ਬਰਕਤ ਪਾ ਦਿੰਦਾ ਇਸ ਮਾਲ ਦੇ ਵਿੱਚ, ਵਾਧਾ ਰਹਿੰਦਾ, ਪਤਾ ਨਹੀਂ ਲੱਗਦਾ, ਫਿਰ ਲੇਕਿਨ ਕਰ ਦਿੰਦਾ ਉਹ ਤੁਸੀਂ ਦੇਖੋ, ਅਗਰ 6 ਬੱਕਰੀਆਂ ਮਰੀਆਂ, ਅਗਰ 20,000 ਦੀ ਵੀ ਇੱਕ ਬੱਕਰੀ ਹੋਵੇ ਤੇ ਉਹ 1,20,000 ਰੁਪਏ ਦਾ ਤੁਹਾਡਾ ਨੁਕਸਾਨ ਹੋਇਆ। ਉਹ ਡਾਕਟਰਾਂ ਨੇ ਕਿਹੜਾ ਜੀ ਮੌਤ ਰੋਕ ਲੈਣੀ ਆ? ਡਾਕਟਰਾਂ ਕੋਲੋਂ ਵੀ ਜਿਹੜੇ ਬੰਦੇ ਫਾਰਮ ਵਾਲੇ ਲਵਾਉਂਦੇ ਆ ਮੈਡੀਸਨ, ਉਹਨਾਂ ਦੇ ਵੀ ਮਰਦੇ ਹੀ ਰਹਿੰਦੇ ਆ। ਜਿਹਦਾ ਟਾਈਮ ਪੂਰਾ ਹੋ ਜਾਂਦਾ ਉਹ ਨਹੀਂ ਬਚਦਾ। ਨਹੀਂ, ਉਹ ਗੱਲ ਠੀਕ ਹੈ ਤੁਹਾਡੀ, ਲੇਕਿਨ ਫਿਰ ਵੀ ਜਿਹੜਾ ਹੈ ਨਾ, ਇੱਕ ਦਵਾਈ ਦਾ ਇੱਕ ਤਰੀਕਾਕਾਰ ਆ, ਬੜਾ ਫਰਕ ਪੈ ਜਾਂਦਾ। ਤੁਸੀਂ ਦੇਖਦੇ ਹੋ ਫਸਲਾਂ ਨੂੰ ਆਪਾਂ ਜ਼ਹਿਰ ਉਹਨੂੰ ਸਪਰੇਅ ਛਿੜਕਦੇ ਹਾਂ, ਸੁੰਡੀ ਕੰਟਰੋਲ ਹੁੰਦੀ ਆ, ਉਹਦੀ ਜਿਹੜੀ ਐਵਰੇਜ ਆਉਂਦੀ ਹੈ ਕਪਾਹ ਦੀ, ਕਣਕ ਦੀ, ਉਹ 'ਚ ਵਾਧਾ ਹੋ ਜਾਂਦਾ ਬੜਾ ਜ਼ਿਆਦਾ। ਜ਼ਰੂਰੀ ਹੈ ਜੀ, ਇਹ ਕਰਨਾ ਚਾਹੀਦਾ, ਵੈਕਸੀਨ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਕੋਈ ਅਗਰ ਤੁਹਾਡਾ ਮਾਲ ਮਸਲਨ ਜ਼ਿਆਦਾ ਹੈਗਾ ਤਾਂ ਤੁਸੀਂ ਕੋਈ ਪੜ੍ਹਿਆ ਲਿਖਿਆ ਜਿਹੜਾ ਤੁਹਾਨੂੰ ਚਾਹੀਦਾ ਕਿ ਬੰਦਾ ਰੱਖੋ, ਜਿਹੜਾ ਤੁਹਾਨੂੰ ਇਹਦੇ ਬਾਰੇ 'ਚ ਪ੍ਰੋਪਰ ਤੁਹਾਨੂੰ ਅਵੇਅਰਨੈਸ ਕਰੇ, ਤੁਹਾਨੂੰ ਅਗਾਹ ਕਰੇ। ਤੁਹਾਨੂੰ ਤੁਸੀਂ ਸ਼ੈੱਡ ਬਣਾਇਆ ਹੋਇਆ ਜਾਂ ਵਾੜੇ 'ਚ ਹੀ ਆ, ਜਾਂ ਕੀ ਹਿਸਾਬ ਹੈ ਤੁਹਾਡਾ ਮਾਲ ਰੱਖਣ ਦਾ? ਵਾੜਾ ਹੀ ਆ ਜੀ, ਵਾੜਾ ਹੀ ਆ। ਤੇ ਬਾਕੀ ਇਹ ਹੈ ਕਿ ਹਿਸਾਬ ਲਾਇਆ ਕਿ ਹੋਣੀ ਚਾਹੀਦੀ ਹੈ, ਦਵਾ ਹੋਵੇ ਤੇ ਘੱਟ ਮਰ। ਜਿਹੜਾ ਤੁਹਾਡਾ ਵਾੜਾ ਉਹ ਤਾਂ ਤੁਸੀਂ ਸਾਫ਼ ਵੀ 6 ਮਹੀਨਿਆਂ ਬਾਅਦ, ਸਾਲ ਬਾਅਦ ਹੀ ਕਰਦੇ ਹੋਣੇ?
ਹਾਂਜੀ ਸਾਲ 6 ਮਹੀਨੇ ਬਾਅਦ ਟਰਾਲੀਆਂ ਵਾਲਿਆਂ ਨੂੰ ਜ਼ਿਮੀਂਦਾਰਾਂ ਨੂੰ ਚੁਕਾ ਦਈਦੀ ਹੈ ਵਿਚਾਰੂ ਉਹਦੀ। ਨਹੀਂ ਸਰ, ਇਸ ਤਰੀਕੇ ਨਾਲ ਤਾਂ ਕੰਮ ਨਹੀਂ ਨਾ ਹੋ ਸਕਦਾ ਜਿਸ ਤਰੀਕੇ ਨਾਲ ਇਹ ਤਾਂ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਜਾਨਵਰਾਂ ਨਾਲ। ਤੁਸੀਂ ਉਹਨਾਂ ਵਾਸਤੇ ਕੋਈ ਪ੍ਰੋਪਰ ਸਾਫ਼ ਸੁਥਰੀ ਜਗ੍ਹਾ ਬਣਾਓ, ਉਹਨਾਂ ਨੂੰ ਥੋੜ੍ਹਾ ਅੱਛਾ ਵੀ ਲੱਗੇ ਜਾਨਵਰਾਂ ਨੂੰ, ਔਰ ਉਹਦੇ ਵਿੱਚ ਕੋਈ ਚੂਨੇ ਦਾ ਛਿੜਕਾਓ, ਕੋਈ ਜਰਾਸੀਮ, ਕੋਈ ਸਪਰੇਵਾਂ ਅਤੇ ਚਿਚੜਾਂ ਵਗੈਰਾ ਵਾਸਤੇ ਕੀ ਕਰਦੇ ਹੋ? ਮੈਂ ਨਹੀਂ ਕਰਦੇ ਨਾਲੋਂ, ਬਾਕੀ ਅੱਲਾ ਦੀ ਮਿਹਰਬਾਨੀ ਨਾਲ ਠੀਕ ਆ। ਉਹ ਤਾਂ ਚਾਹੀਦਾ ਹੈ वैक्सीन वगैरह होवे ना तो ज़्यादा बेहतर रहता है। तो दोस्तों ये बात सुनी आपने फार्मर की। मैं उम्मीद करता हूँ आपको हमारी वीडियो ज़रूर पसंद आई होगी। तो आपसे रिक्वेस्ट है आप हमारे चैनल को सब्सक्राइब लाजमी करें, हमारी वीडियो को लाइक करें, अपने दोस्तों के साथ फेसबुक और व्हाट्सएप के ग्रुप्स में लाजमी शेयर करें। अपना बहुत सा ख्याल रखना, फिर मिलेंगे।